ਵੈਲਕਮ ਦੋਸਤੋ ਮਾਈ ਆਨਲਾਈਨ ਕਲਾਸਿਸ। ਅੱਜ ਅਸੀਂ ਸੰਵਿਧਾਨ ਦਾ ਮਹੱਤਵਪੂਰਨ ਸੋਧਾਂ ਬਾਰੇ ਵਿਸਤਾਰ ਚਰਚਾ ਕਰਾਂਗੇ। ਪਹਿਲਾ ਪ੍ਰਸ਼ਨ, ਸੰਵਿਧਾਨ ਵਿੱਚ ਸੋਧ ਕਿੰਨੇ ਤਰੀਕਿਆਂ ਨਾਲ ਹੁੰਦੀ ਹੈ? ਦੋਸਤੋ, ਸੰਵਿਧਾਨ ਵਿੱਚ ਸੋਧ ਤਿੰਨ ਤਰੀਕਿਆਂ ਨਾਲ ਹੁੰਦੀ ਹੈ: ਸਿੰਪਲ ਮੈਜੋਰਟੀ, ਸਪੈਸ਼ਲ ਮੈਜੋਰਟੀ ਅਤੇ ਸਪੈਸ਼ਲ ਮੈਜੋਰਟੀ ਵਿਦ ਹਾਫ ਸਟੇਟਸ ਮੈਜੋਰਟੀ। ਕਹਿਣ ਦਾ ਭਾਵ ਕਿ ਸਪੈਸ਼ਲ ਮੈਜੋਰਟੀ ਦੇ ਨਾਲ 28 ਸਟੇਟਾਂ ਦੇ ਵਿੱਚੋਂ 14 ਸਟੇਟਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੁੰਦੀ ਹੈ। ਦੋਸਤੋ, ਸਿੰਪਲ ਮੈਜੋਰਟੀ ਦੇ ਨਾਲ ਅਸੀਂ ਨਾਗਰਿਕ ਸੋਧ ਨਿਯਮ ਦੇ ਵਿੱਚ ਪਹਿਲੀ ਅਤੇ ਦੂਜੀ ਅਤੇ 6ਵੀਂ ਅਨੁਸੂਚੀ ਵਿੱਚ ਸੋਧ ਕਰ ਸਕਦੇ ਹਾਂ, ਅਤੇ ਸਿੰਪਲ ਮੈਜੋਰਟੀ ਦੇ ਨਾਲ ਅਸੀਂ ਮੌਲਿਕ ਅਧਿਕਾਰਾਂ ਅਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਸੋਧ ਕਰ ਸਕਦੇ ਹਾਂ। ਅਤੇ ਸਿੰਪਲ ਮੈਜੋਰਟੀ ਵਿਦ 28 ਸਟੇਟਾਂ ਦੀ ਸਹਿਮਤੀ, ਇਸ ਦੇ ਨਾਲ ਅਸੀਂ ਰਾਸ਼ਟਰਪਤੀ ਦੀ ਇਲੈਕਸ਼ਨ 368 ਵਿੱਚ ਆਰਟੀਕਲ ਦੇ ਵਿੱਚ ਸੋਧ ਕਰਨੀ ਹੋਵੇ, 7ਵੀਂ ਅਨੁਸੂਚੀ ਦੇ ਵਿੱਚ ਸੋਧ ਕਰਨੀ ਹੋਵੇ, ਇਸ ਤਰ੍ਹਾਂ ਕਰ ਸਕਦੇ ਹਾਂ। ਭਾਵ ਸਿੰਪਲ ਮੈਜੋਰਟੀ ਪਲੱਸ 28 ਸਟੇਟਾਂ ਦੀ ਦਾ ਰੇਟੀਫਿਕੇਸ਼ਨ। ਕਹਿਣ ਦਾ ਭਾਵ ਦੋਸਤੋ, ਜਿਹੜੇ 28 ਸਟੇਟ ਹੁੰਦੇ ਨੇ ਉਹਨਾਂ ਦੇ ਵਿੱਚੋਂ ਨਾਲ 14 ਸਟੇਟਾਂ ਦੀ ਸਹਿਮਤੀ ਲੈਣਾ ਜ਼ਰੂਰੀ ਹੁੰਦਾ ਗਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸੰਵਿਧਾਨ ਵਿੱਚ ਤਿੰਨ ਤਰੀਕਿਆਂ ਨਾਲ ਸੋਧ ਕਰ ਸਕਦੇ ਹਾਂ। ਸੰਵਿਧਾਨ ਵਿੱਚ ਕਿੰਨੀਆਂ ਸੋਧਾਂ ਹੋ ਚੁੱਕੀਆਂ ਹਨ? ਦੋਸਤੋ, ਹੁਣ ਤੱਕ ਸੰਵਿਧਾਨ ਵਿੱਚ 106 ਸੋਧਾਂ ਹੋ ਚੁੱਕੀਆਂ ਹਨ। ਸੰਵਿਧਾਨ ਵਿੱਚ ਸੋਧ ਕਰਨ ਲਈ ਆਰਟੀਕਲ ਵਿੱਚ ਸ਼ਕਤੀ ਹੈ। ਦੋਸਤੋ, ਭਾਗ ਨੰਬਰ 20 ਅਤੇ 368 ਨੰਬਰ ਆਰਟੀਕਲ ਦੇ ਵਿੱਚ ਸੰਵਿਧਾਨ ਵਿੱਚ ਸੋਧ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਸ਼ਾਮਲ ਹੈ। ਕਿਸ ਸੋਧ ਦੁਆਰਾ ਹਾਈ ਕੋਰਟ ਦੇ ਜੱਜਾਂ ਦੀ ਉਮਰ, ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕਰ ਦਿੱਤੀ ਸੀ? ਦੋਸਤੋ, ਇਹ ਸਾਡੇ ਸੰਵਿਧਾਨ ਦੀ 15 ਨੰਬਰ ਸੋਧ ਦੇ ਅਧੀਨ 1963 ਦੇ ਵਿੱਚ ਹਾਈ ਕੋਰਟ ਦੇ ਜੱਜਾਂ ਦਾ ਕਾਰਜਕਾਲ 60 ਤੋਂ ਵਧਾ ਕੇ 62 ਕਰ ਦਿੱਤਾ ਸੀ। ਕਿਸ ਸੋਧ ਦੁਆਰਾ ਸਮਵਰਤੀ ਸੂਚੀ ਸ਼ਾਮਲ ਕੀਤੀ ਗਈ ਸੀ? ਦੋਸਤੋ, ਤੀਜੀ ਸੋਧ ਜਿਹੜੀ 1953 ਦੇ ਵਿੱਚ ਹੋਈ ਸੀ, ਇਸ ਦੇ ਅਧੀਨ ਸਮਵਰਤੀ ਸੂਚੀ ਸ਼ਾਮਲ ਕੀਤੀ ਗਈ ਸੀ, ਕਿਉਂਕਿ ਦੋਸਤੋ ਸਾਡੇ ਸੰਵਿਧਾਨ ਦੇ ਜਿਹੜਾ ਮੂਲ ਸੰਵਿਧਾਨ ਸੀ ਉਸ ਦੇ ਵਿੱਚ ਸਮਵਰਤੀ ਸੂਚੀ ਨਹੀਂ ਸੀ। ਦੋਸਤੋ, ਜਿਹੜੇ 15 ਨੰਬਰ ਸੋਧ ਹੈ ਇਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, 1963 ਦੇ ਵਿੱਚ ਹੋਈ ਸੀ, ਜਿਸ ਦੇ ਅਧੀਨ ਹਾਈ ਕੋਰਟ ਦੇ ਜੱਜਾਂ ਦਾ ਕਾਰਜਕਾਲ 60 ਤੋਂ 62 ਸਾਲ ਕਰਦਾ ਸੀ। 14 ਨੰਬਰ ਸੋਧ ਦੋਸਤੋ 1963 ਦੇ ਅਧੀਨ ਹੋਈ ਸੀ। ਇਸ ਸੋਧ ਦੇ ਅਧੀਨ ਦੋਸਤੋ ਜਿਹੜਾ ਪਾਂਡਾਚੇਰੀਆ ਸੀ ਉਹ ਫਰਾਂਸੀਸੀਆਂ ਤੋਂ ਲਿਆ ਗਿਆ ਸੀ ਅਤੇ ਲੋਕ ਸਭਾ ਦੀਆਂ ਸੀਟਾਂ 525 ਕਰ ਦਿੱਤੀਆਂ ਗਈਆਂ ਸਨ। ਜਿਹੜੀ 13 ਨੰਬਰ ਦੋਸਤੋ 13 ਨੰਬਰ ਸੋਧ ਦੇ ਅਧੀਨ 1962 'ਚ ਹੋਈ ਸੀ, ਇਸ ਦੇ ਅਧੀਨ ਨਾਗਾਲੈਂਡ ਸੀ ਜਿਹੜਾ ਦੋਸਤੋ 16ਵਾਂ ਦੇਸ਼ ਰਾਜ ਬਣਾਇਆ ਗਿਆ ਸੀ। ਕਿਸ ਸੋਧ ਦੁਆਰਾ ਹਾਈ ਕੋਰਟ ਨੂੰ ਇਲੈਕਸ਼ਨ ਸੰਬੰਧੀ ਕੇਸ ਸੁਣਨ ਦਾ ਅਧਿਕਾਰ ਹੈ? ਦੋਸਤੋ, 19 ਨੰਬਰ ਸੋਧ ਜਿਹੜੀ ਕਿ 1966 ਦੇ ਵਿੱਚ ਹੋਈ ਸੀ, ਇਸ ਦੇ ਅਧੀਨ ਹਾਈ ਕੋਰਟ ਨੂੰ ਸਾਡੇ ਵਿਧਾਨ ਸਭਾ ਸੰਬੰਧੀ ਅਤੇ ਲੋਕ ਸਭਾ ਸੰਬੰਧੀ ਜਿਹੜੀਆਂ ਵੀ ਚੋਣਾਂ ਹੁੰਦੀਆਂ ਨੇ ਉਹਨਾਂ ਸੰਬੰਧੀ ਕੋਈ ਜੇ ਕੇਸ ਹੁੰਦਾ ਹੈ, ਭਾਵ ਕੋਈ ਝਗੜਾ ਹੁੰਦਾ ਹੈ ਉਹਨਾਂ ਕੇਸਾਂ ਦਾ ਸੁਣਵਾਈ ਕਰਨ ਦਾ ਅਧਿਕਾਰ ਹੈ। 19 ਨੰਬਰ ਸੋਧ ਦੇ ਅਧੀਨ ਇਹ ਅਧਿਕਾਰ ਮਿਲਿਆ ਸੀ 1966 ਦੇ ਵਿੱਚ। ਭਾਵ ਪਹਿਲਾਂ ਜਿਹੜੀਆਂ ਹਾਈ ਕੋਰਟ ਹੁੰਦੀਆਂ ਸੀ ਉਹ ਸਾਡੇ ਇਲੈਕਸ਼ਨਾਂ ਦਾ ਮੰਨ ਕੇ ਚਲੋ ਵੀ ਇਲੈਕਸ਼ਨਾਂ ਦਾ ਫੈਸਲਾ ਨਹੀਂ ਕਰਦੀਆਂ ਸੀ, ਇਹਨਾਂ ਲਈ ਅਲੱਗ ਟ੍ਰਿਬਿਊਨਲ ਅਦਾਲਤਾਂ ਹੁੰਦੀਆਂ ਸੀ ਜਿਹੜੀਆਂ ਕਿ 1966 ਦੇ ਵਿੱਚ ਖਤਮ ਕਰ ਦਿੱਤੀਆਂ ਗਈਆਂ ਸੀ, ਅਤੇ ਇਹ ਅਧਿਕਾਰ ਸੀ ਜਿਹੜਾ ਹਾਈ ਕੋਰਟਾਂ ਨੂੰ ਦੇ ਦਿੱਤਾ ਗਿਆ ਸੀ। ਕਿਸ ਸੋਧ ਨਾਲ ਦਿੱਲੀ ਨੂੰ ਰਾਜਧਾਨੀ ਘੋਸ਼ਿਤ ਕਰ ਦਿੱਤਾ ਗਿਆ ਸੀ? ਕਹਿਣ ਦਾ ਭਾਵ ਦੋਸਤੋ, ਕਿਸ ਸੋਧ ਨਾਲ ਦਿੱਲੀ ਨੂੰ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਬਣਾਇਆ ਗਿਆ ਸੀ? ਦੋਸਤੋ, ਇਹ ਸਾਡੀ ਸੋਧ ਨੰਬਰ 69 ਨੰਬਰ ਸੋਧ ਜਿਹੜੀ 1991 ਦੇ ਵਿੱਚ ਹੋਈ ਸੀ, ਇਸ ਦੇ ਅਧੀਨ ਦਿੱਲੀ ਨੂੰ ਟੈਰੀਟਰੀ ਘੋਸ਼ਿਤ ਕਰ ਦਿੱਤਾ ਗਿਆ ਸੀ, ਭਾਵ ਕੈਪੀਟਲ ਘੋਸ਼ਿਤ ਕਰ ਦਿੱਤਾ ਗਿਆ ਸੀ। ਕਿਸ ਸੋਧ ਨਾਲ ਦਿੱਲੀ ਅਤੇ ਪਾਂਡਾਚੇਰੀਆ ਦੀ ਵਿਧਾਨ ਸਭਾ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਹਿੱਸਾ ਲੈ ਸਕਦੀਆਂ ਹਨ? ਦੋਸਤੋ, 70ਵੀਂ ਸੋਧ ਜਿਹੜੀ 1992 ਦੇ ਵਿੱਚ ਹੋਈ ਸੀ, ਇਸ ਦੇ ਵਿੱਚ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਪਾਂਡਾਚੇਰੀਆ ਅਤੇ ਦਿੱਲੀ ਜਿਹੜੇ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੇ ਹਨ। ਕਿਸ ਸੋਧ ਦੇ ਅਧੀਨ ਦੋ ਰਾਜਾਂ ਦਾ ਸਾਂਝਾ ਹਾਈ ਕੋਰਟ ਹੁੰਦਾ? ਦੋਸਤੋ, 7 ਨੰਬਰ ਸੋਧ ਦੇ ਅਧੀਨ ਦੋ ਰਾਜਾਂ ਦਾ ਸਾਂਝਾ ਹਾਈ ਕੋਰਟ ਹੁੰਦਾ, ਜਿਹੜੀ ਕਿ 1956 ਦੇ ਵਿੱਚ ਹੋਈ ਸੀ। ਇਸ ਸੋਧ ਦੇ ਅਧੀਨ ਦੋ ਰਾਜਾਂ ਦਾ ਸਾਂਝਾ ਹਾਈ ਕੋਰਟ ਹੋ ਸਕਦਾ ਅਤੇ ਦੋ ਰਾਜਾਂ ਦਾ ਇੱਕ ਗਵਰਨਰ ਹੋ ਸਕਦਾ। ਅਤੇ ਇਸ ਸੋਧ ਦੇ ਅਧੀਨ ਦੋਸਤੋ ਸਾਡਾ ਜਿਹੜਾ ਕਿ 14 ਰਾਜ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਗਏ ਸਨ। 1956 ਤੋਂ ਹੋਈ ਸੀ ਜਦੋਂ ਕਿ ਫਜ਼ਲ ਅਲੀ ਕਮਿਸ਼ਨ ਆਇਆ ਸੀ। ਇਸ ਸੋਧ ਦੇ ਅਧੀਨ ਸੰਵਿਧਾਨ ਦੇ ਭਾਗ ਨੰਬਰ 7 ਦੇ ਵਿੱਚ ਜਿਹੜੇ ਕੁਝ ਰਾਜ ਸੀ ਉਹ ਵੀ ਖਤਮ ਕਰ ਦਿੱਤੇ ਗਏ ਸੀ, ਭਾਵ ਪੈਪਸੂ ਰਾਜ ਖਤਮ ਕੀਤੇ ਗਏ ਸੀ।
ਕਿਸ ਸੋਧ ਦੁਆਰਾ ਦਮਨ-ਦਿਊ ਅਤੇ ਗੋਆ ਪੁਰਤਗਾਲੀਆਂ ਤੋਂ ਲਿਆ ਗਿਆ ਸੀ? ਦੋਸਤੋ ਦਮਨ-ਦਿਊ ਅਤੇ ਗੋਆ ਪੁਰਤਗਾਲੀਆਂ ਤੋਂ ਲਿਆ ਗਿਆ ਸੀ। ਇਹ ਦੋਸਤੋ 12 ਨੰਬਰ ਸੋਧ ਦੇ ਅਧੀਨ ਲਿਆ ਗਿਆ ਸੀ ਅਤੇ 10 ਨੰਬਰ ਸੋਧ ਦੇ ਅਧੀਨ ਦਦਾਰ ਅਤੇ ਨਗਰ ਹਵੇਲੀ ਲਏ ਗਏ ਸਨ। ਕਿਸ ਸੋਧ ਦੁਆਰਾ ਸਿੰਧੀ ਭਾਸ਼ਾ 15ਵੀਂ ਭਾਸ਼ਾ ਬਣੀ ਸੀ? ਦੋਸਤੋ ਸਾਡੀ 21ਵੀਂ ਸੋਧ ਜਿਹੜੀ ਕਿ 1967 ਦੇ ਵਿੱਚ ਹੋਈ ਸੀ, ਇਸ ਦੇ ਅਧੀਨ ਸਿੰਧੀ ਭਾਸ਼ਾ ਸੀ ਜਿਹੜੀ 15ਵੀਂ ਭਾਸ਼ਾ ਬਣ ਗਈ ਸੀ। ਅਤੇ ਦੋਸਤੋ ਜਿਹੜੀ 1971 ਦੇ ਵਿੱਚ 92 ਨੰਬਰ ਸੋਧ ਹੋਈ ਸੀ, ਉਸ ਦੇ ਅਧੀਨ NMK ਭਾਵ ਨੇਪਾਲੀ ਮਣੀਪੁਰ ਅਤੇ ਕੋਂਕਣੀ ਭਾਸ਼ਾ ਸੀ ਜਿਹੜੀ ਸਾਡੇ ਸੰਵਿਧਾਨ ਵਿੱਚ ਜੋੜੀਆਂ ਗਈਆਂ ਸੀ। ਦੋਸਤੋ ਜਿਹੜੀ 92 ਸੋਧ ਹੋਈ ਸੀ 2003 ਦੇ ਅਧੀਨ, ਇਸ ਦੇ ਅਧੀਨ 4 ਭਾਸ਼ਾਵਾਂ ਸਾਡੇ ਸੰਵਿਧਾਨ ਵਿੱਚ ਜੋੜੀਆਂ ਗਈਆਂ ਸੀ: ਮੈਥਲੀ, ਡੋਗਰੀ, ਬੋਡੀ ਅਤੇ ਸੈਥਲੀ। 21 ਨੰਬਰ ਸੋਧ ਦੇ ਅਧੀਨ ਸਾਡੀ ਸਿੰਧੀ ਭਾਸ਼ਾ ਜੋੜੀ ਗਈ ਸੀ ਜਿਹੜੀ ਕਿ 15ਵੀਂ ਭਾਸ਼ਾ ਬਣ ਗਈ ਸੀ। ਕਿਸ ਸੋਧ ਨੂੰ ਮਿੰਨੀ ਸੰਵਿਧਾਨ ਕਹਿੰਦੇ ਹਨ? ਦੋਸਤੋ 42ਵੀਂ ਸੋਧ 42ਵੀਂ ਸੋਧ ਜਿਹੜੀ ਕਿ 1976 ਦੇ ਵਿੱਚ ਹੋਈ ਸੀ, ਇਹਨੂੰ ਮਿੰਨੀ ਸੰਵਿਧਾਨ ਕਹਿੰਦੇ ਹਨ ਕਿਉਂਕਿ ਇਸ ਸੋਧ ਦੇ ਅਧੀਨ ਦੋਸਤੋ ਵੱਡੇ ਵੱਡੇ ਪਰਿਵਰਤਨ ਜਿਹੜੀ ਸੀ ਸਾਡੇ ਸੰਵਿਧਾਨ ਵਿੱਚ ਦੇਖਣ ਨੂੰ ਆਏ ਸੀ। ਜਿਵੇਂ ਕਿ ਲੋਕ ਸਭਾ ਦਾ ਜਿਹੜਾ ਕਾਰਜਕਾਲ ਸੀ ਉਹ 5 ਤੋਂ 6 ਸਾਲ ਕਰਤਾ ਸੀ ਅਤੇ ਜਿਹੜੀਆਂ ਲੋਕ ਸਭਾ ਦੀਆਂ ਦੋਸਤੋ ਸੀਟਾਂ ਸੀ ਉਹ ਨਿਸ਼ਚਿਤ ਕਰ ਦਿੱਤੀਆਂ ਸੀ, ਭਾਵ 552 ਨਿਸ਼ਚਿਤ ਕਰ ਦਿੱਤੀਆਂ ਗਈਆਂ ਸਨ, ਜਿਹੜੀਆਂ ਕਿ 1971 ਦੀ ਜਨਗਣਨਾ ਦੇ ਆਧਾਰ 'ਤੇ 2001 ਤੱਕ ਨਿਸ਼ਚਿਤ ਕਰ ਦਿੱਤੀਆਂ ਗਈਆਂ ਸੀ। ਕਿਸ ਸੋਧ ਅਧੀਨ ਵੋਟ ਦੀ ਉਮਰ 18 ਸਾਲ ਕੀਤੀ ਗਈ ਸੀ? ਭਾਵ ਦੋਸਤੋ ਪਹਿਲਾਂ ਜਿਹੜੀ ਸਾਡੀ ਵੋਟ ਦੀ ਉਮਰ ਹੁੰਦੀ ਸੀ ਉਹ 21 ਸਾਲ ਹੁੰਦੀ ਸੀ। ਦੋਸਤੋ 61 ਨੰਬਰ ਸੋਧ ਜਿਹੜੀ 1989 ਦੇ ਵਿੱਚ ਹੋਈ ਸੀ, ਇਸ ਦੇ ਅਧੀਨ ਵੋਟ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਸੀ। ਦੋਸਤੋ ਇਹ ਸੋਧ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਰਾਸ਼ਟਰਪਤੀ VKT ਰਾਮਨ ਦੇ ਸਮੇਂ ਹੋਈ ਸੀ। ਦੋਸਤੋ ਇਸ ਦੇ ਅਧੀਨ 16 ਅਕਤੂਬਰ 1989 ਦੇ ਵਿੱਚ ਸਾਡਾ ਮਲਟੀ ਮੈਂਬਰ ਇਲੈਕਸ਼ਨ ਕਮਿਸ਼ਨ ਆ ਗਿਆ ਸੀ। ਕਿਸ ਸੋਧ ਦੇ ਅਧੀਨ ਲੋਕ ਸਭਾ ਦੀਆਂ ਸੀਟਾਂ 525 ਤੋਂ ਵਧਾ ਕੇ 545 ਕੀਤੀਆਂ ਗਈਆਂ ਸੀ? ਦੋਸਤੋ 525 ਤੋਂ ਵਧਾ ਕੇ 545 ਇਹ 31ਵੀਂ ਸੋਧ ਅਧੀਨ ਕੀਤੀਆਂ ਗਈਆਂ ਸੀ ਜਿਹੜੀ ਕਿ 1975 'ਚ ਹੋਈ ਸੀ। ਕਿਸ ਅਧੀਨ ਪਹਿਲੀ ਵਾਰ ਲੋਕ ਸਭਾ ਦੀਆਂ ਸੀਟਾਂ ਵਿੱਚ ਰਾਖਵਾਂਕਰਨ ਨਿਸ਼ਚਿਤ ਕੀਤਾ ਗਿਆ ਸੀ? 1960 ਤੋਂ 1970 'ਚ। ਦੋਸਤੋ ਪਹਿਲੀ ਵਾਰ ਲੋਕ ਸਭਾ ਵਿੱਚ ਸੀਟਾਂ ਦਾ ਜਿਹੜਾ ਰਾਖਵਾਂਕਰਨ ਕੀਤਾ ਗਿਆ ਸੀ ਇਹ 8ਵੀਂ ਸੋਧ 1960 ਦੇ ਵਿੱਚ ਕੀਤਾ ਗਿਆ ਸੀ, ਜਿਹੜਾ ਕਿ ਐਂਗਲੋ ਇੰਡੀਅਨ ਦੇ ਲਈ ਅਤੇ SC ਅਤੇ ST ਦੇ ਲਈ ਸੀ। ਜਿਵੇਂ ਕਿ ਹੁਣ ਵੀ ਹੋ ਰਿਹਾ ਹੈ, ਆਏ ਸਾਲ ਉਹ ਜਿਵੇਂ ਹੁਣ ਹੋਇਆ ਸੀ 104 ਸੋਧ ਦੇ ਅਧੀਨ ਦੋਸਤੋ ਇਹ ਸਾਡਾ ਜਿਹੜਾ ਰਾਖਵਾਂਕਰਨ ਸੀ ਇਹ 2030 ਤੱਕ ਨਿਸ਼ਚਿਤ ਕੀਤਾ ਗਿਆ ਗਾ। ਕਿਸ ਸੋਧ ਦੇ ਅਧੀਨ ਦੇਸੀ ਰਿਆਸਤਾਂ ਦੇ ਰਾਜਿਆਂ ਦੀ ਪੈਨਸ਼ਨ ਬੰਦ ਕੀਤੀ ਗਈ ਸੀ? ਦੋਸਤੋ ਇਹ 26 ਨੰਬਰ ਸੋਧ ਦੇ ਅਧੀਨ 1971 ਦੇ ਵਿੱਚ ਦੇਸੀ ਰਾਜਿਆਂ ਦੀ ਜਿਹੜੀ ਪੈਨਸ਼ਨ ਸੀ ਉਹ ਬੰਦ ਕੀਤੀ ਗਈ ਸੀ। ਕਿਸ ਸੋਧ ਦੇ ਅਧੀਨ ਮੌਲਿਕ ਕਰਤੱਵ ਸ਼ਾਮਲ ਕੀਤੇ ਗਏ ਸੀ? ਦੋਸਤੋ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਮੁੱਢਲਾ ਸੰਵਿਧਾਨ ਸੀ ਉਸ ਦੇ ਵਿੱਚ ਮੌਲਿਕ ਕਰਤੱਵ ਨਹੀਂ ਸੀ। 42ਵੀਂ ਸੋਧ 1976 ਦੇ ਵਿੱਚ ਸਾਡੇ 10 ਮੌਲਿਕ ਕਰਤੱਵ ਸੀ ਜਿਹੜੇ ਸੰਵਿਧਾਨ ਵਿੱਚ ਸ਼ਾਮਲ ਕੀਤੇ ਗਏ ਸੀ। ਅਤੇ ਦੋਸਤੋ ਜਿਹੜਾ ਕਿ 11ਵਾਂ ਕਰਤੱਵ ਹੈ ਇਹ 86ਵੀਂ ਸੋਧ 2002 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਹੜਾ ਕਿ ਸਿੱਖਿਆ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸਿੱਖਿਆ ਦਿਵਾਉਣਾ ਮਾਂ ਪਿਓ ਦਾ ਕਰਤੱਵ ਹੈ। 52ਵੀਂ ਸੋਧ ਕਦੋਂ ਹੋਈ ਸੀ? ਦੋਸਤੋ 52ਵੀਂ ਸੋਧ 1985 ਦੇ ਅਧੀਨ ਹੋਈ ਸੀ। ਇਸ ਸੋਧ ਦੇ ਅਧੀਨ ਦੋਸਤੋ ਜਿਹੜਾ ਦਲ ਬਦਲੀ ਕਾਨੂੰਨ ਬਣਾਇਆ ਗਿਆ ਸੀ, ਭਾਵ ਪਹਿਲਾਂ ਕੀ ਹੁੰਦਾ ਸੀ ਹਰ ਬੰਦਾ ਕਦੋਂ ਵੀ ਚਾਹੁੰਦਾ ਸੀ ਉਹ ਪਾਰਟੀ ਛੱਡ ਸਕਦਾ ਸੀ, ਪਰ ਇਸ ਦੇ ਅਧੀਨ ਇੱਕ ਦਾਇਰਾ ਬਣਾ ਦਿੱਤਾ ਸੀ ਕਿ ਜਿੰਨਾ ਟਾਈਮ 2/3 ਦਹਾਈ ਕੋਈ ਪਾਰਟੀ ਅਸਤੀਫਾ ਨਹੀਂ ਦਿੰਦੀ ਉਨਾ ਟਾਈਮ ਕੋਈ ਵਿਅਕਤੀ ਪਾਰਟੀ ਨਹੀਂ ਬਦਲ ਸਕਦਾ। 92 ਸੋਧ ਕਦੋਂ ਹੋਈ ਸੀ? 92 ਸੋਧ ਦੋਸਤੋ 2003 ਦੇ ਵਿੱਚ ਹੋਈ ਸੀ। ਦੋਸਤੋ ਇਹ ਸੋਧ ਦੇ ਅਧੀਨ ਜਿਹੜੀਆਂ ਕਿ 4 ਭਾਸ਼ਾਵਾਂ ਸੀ ਜਿਹੜੀਆਂ ਕਿ ਸਾਡੇ ਸੰਵਿਧਾਨ ਵਿੱਚ ਸ਼ਾਮਲ ਕੀਤੀਆਂ ਗਈਆਂ ਸੀ: ਮੈਥਲੀ, ਡੋਗਰੀ, ਬੋਡੀ ਅਤੇ ਸੈਥਲੀ। 91 ਸੋਧ ਕਦੋਂ ਹੋਈ ਸੀ? ਦੋਸਤੋ 91 ਸੋਧ 2003 ਦੇ ਵਿੱਚ ਹੋਈ ਸੀ। ਇਸ ਸੋਧ ਦੇ ਅਧੀਨ ਕੇਂਦਰੀ ਅਤੇ ਰਾਜ ਵਿੱਚ ਮੰਤਰੀ ਪਰਿਸ਼ਦ ਦੀ ਸੰਖਿਆ ਦੋਸਤੋ ਲੋਕ ਸਭਾ ਦੀ ਕੁੱਲ ਸੰਖਿਆ ਤੋਂ 15% ਤੋਂ ਵੱਧ ਨਹੀਂ ਹੋਣੀ ਚਾਹੀਦੀ। EWS ਨਾਲ ਸੰਬੰਧਿਤ ਸੋਧ ਕਦੋਂ ਹੋਈ ਸੀ? EWS ਨਾਲ ਸੰਬੰਧਿਤ ਦੋਸਤੋ 103 ਦੇ ਵਿੱਚ ਹੋਈ ਸੀ 2019 ਦੇ ਵਿੱਚ। ਇਸ ਸੋਧ ਦੇ ਅਧੀਨ ਦੋਸਤੋ ਇਕਨੋਮਿਕਸ ਵੀਕਸ ਸੈਕਸ਼ਨ ਦੇ ਅਧੀਨ ਆਉਂਦੇ ਲੋਕ ਜਿਨ੍ਹਾਂ ਦੀ ਆਮਦਨ 8 ਲੱਖ ਤੋਂ ਘੱਟ ਹੈ ਉਹਨਾਂ ਨੂੰ 10% ਰਾਖਵਾਂਕਰਨ ਦਿੱਤਾ ਗਿਆ ਸੀ।
86ਵੀਂ ਸੋਧ ਕਦੋਂ ਹੋਈ ਸੀ? 86ਵੀਂ ਸੋਧ ਦੋਸਤੋ 2002 ਦੇ ਵਿੱਚ ਹੋਈ ਸੀ। 86ਵੀਂ ਸੋਧ ਦੇ ਅਧੀਨ ਦੋਸਤੋ ਸਿੱਖਿਆ ਨਾਲ ਸੰਬੰਧਿਤ ਦੋ ਕੰਮ ਕੀਤੇ ਗਏ ਸੀ, ਜਿਵੇਂ ਕਿ ਆਰਟੀਕਲ 21A ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਦੇ ਅਧੀਨ 14 ਸਾਲ ਤੋਂ ਲੈ ਕੇ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਸੀ, ਜਿਹੜਾ ਕਿ 1 ਅਪ੍ਰੈਲ 2010 ਦੇ ਵਿੱਚ ਲਾਗੂ ਹੋਇਆ ਸੀ। ਅਤੇ ਇਸ ਦੇ ਅਧੀਨ ਸੰਵਿਧਾਨ ਦੇ ਵਿੱਚ 11ਵਾਂ ਕਰਤੱਵ ਪਾਇਆ ਗਿਆ ਸੀ ਦੋਸਤੋ, ਜਿਸ ਦੇ ਅਧੀਨ ਮਾਂ ਪਿਓ ਦਾ ਕਰਤੱਵ ਹੈ ਕਿ ਉਹ ਬੱਚਿਆਂ ਨੂੰ ਸਿੱਖਿਆ ਦੇਵੇ, ਭਾਵ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਾਵੇ। ਪਹਿਲੀ ਵਾਰ ਲੋਕ ਸਭਾ ਦੀਆਂ ਸੀਟਾਂ ਕਦੋਂ ਵਧਾਈਆਂ ਗਈਆਂ ਸੀ? ਦੋਸਤੋ ਸਾਡੇ ਮੂਲ ਸੰਵਿਧਾਨ ਵਿੱਚ ਲੋਕ ਸਭਾ ਦੀਆਂ ਸੀਟਾਂ 500 ਸੀ, ਪਰ ਪਹਿਲੀ ਵਾਰ 7ਵੀਂ ਸੋਧ ਦੇ ਅਧੀਨ ਇਹ 500 ਤੋਂ ਵਧਾ ਕੇ 520 ਕਰ ਦਿੱਤੀਆਂ ਗਈਆਂ ਸੀ, ਅਤੇ 14ਵੀਂ ਸੋਧ ਦੇ ਅਧੀਨ 525 ਕਰ ਦਿੱਤੀਆਂ ਗਈਆਂ ਸੀ। 31ਵੀਂ ਸੋਧ ਦੇ ਅਧੀਨ ਦੋਸਤੋ ਇਹ 525 ਤੋਂ ਵਧਾ ਕੇ 545 ਕਰ ਦਿੱਤੀਆਂ ਗਈਆਂ ਸੀ। 42ਵੀਂ ਸੋਧ ਜਿਹੜੀ 1976 ਦੇ ਵਿੱਚ ਹੋਈ ਸੀ, ਇਸ ਸੋਧ ਦੇ ਅਧੀਨ ਦੋਸਤੋ ਲੋਕ ਸਭਾ ਦੀਆਂ ਸੀਟਾਂ 552 ਕਰ ਦਿੱਤੀਆਂ ਗਈਆਂ ਸੀ, ਜਿਹੜੀਆਂ ਕਿ ਫਿਕਸ ਕਰ ਦਿੱਤੀਆਂ ਸੀ, ਅਤੇ ਇਹ 1971 ਦੀ ਜਨਸੰਖਿਆ ਦੇ ਆਧਾਰ 'ਤੇ ਸੀ, ਜਿਹੜੀਆਂ ਕਿ 2001 ਤੱਕ ਨਿਸ਼ਚਿਤ ਕੀਤੀਆਂ ਗਈਆਂ ਸੀ। ਅਜੇ ਵੀ ਦੋਸਤੋ ਇਹ 1971 ਦੀ ਜਨਸੰਖਿਆ ਦੇ ਆਧਾਰ 'ਤੇ ਹੀ ਚੱਲ ਰਹੀਆਂ ਨੇ। ਸੰਪੱਤੀ ਦਾ ਮੌਲਿਕ ਅਧਿਕਾਰ ਕਦੋਂ ਖਤਮ ਕੀਤਾ ਗਿਆ? ਦੋਸਤੋ ਜਿਹੜਾ ਕਿ ਸਾਡੇ ਸੰਵਿਧਾਨ ਵਿੱਚ ਪਹਿਲਾਂ ਸਾਡੇ ਮੌਲਿਕ ਅਧਿਕਾਰ 7 ਹੁੰਦੇ ਸੀ, ਪਰ ਜਿਹੜਾ ਸੰਪੱਤੀ ਦਾ ਅਧਿਕਾਰ ਸੀ 44ਵੀਂ ਸੋਧ 1976 ਦੇ ਵਿੱਚ ਖਤਮ ਕੀਤਾ ਗਿਆ ਸੀ। 1978 'ਚ ਦੋਸਤੋ ਇਹ ਥੋੜ੍ਹਾ ਜਿਹਾ ਗਲਤ ਲਿਖਿਆ ਗਿਆ, 44ਵੀਂ ਸੋਧ 1978 ਦੇ ਵਿੱਚ ਇਹ ਖਤਮ ਕੀਤਾ ਗਿਆ ਸੀ। 338 ਵੀ ਕਿਸ ਨਾਲ ਸੰਬੰਧਿਤ ਹੈ? ਦੋਸਤੋ ਜਿਹੜਾ 338 ਵੀ ਹੈ ਇਹ OBC ਨਾਲ ਸੰਬੰਧਿਤ ਹੈ, ਜਿਹੜਾ ਕਿ 102 ਸੋਧ ਦੇ ਅਧੀਨ 102 ਸੋਧ ਦੇ ਅਧੀਨ 2018 ਦੇ ਵਿੱਚ ਬਣਿਆ ਸੀ। ਇਹ ਨੈਸ਼ਨਲ ਕਮਿਸ਼ਨ ਬੈਕਵਰਡ ਕਲਾਸਿਜ ਦੇ ਨਾਲ ਸੰਬੰਧਿਤ ਹੈ, ਜਿਵੇਂ ਕਿ ਦੋਸਤੋ SC ਕਮਿਸ਼ਨ ਦੇ ਨਾਲ ਸੰਬੰਧਿਤ ਹੁੰਦਾ ਗਾ। SC ਕਮਿਸ਼ਨ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ, ਅਤੇ ST ਦੇ ਨਾਲ ਸੰਬੰਧ ਹੁੰਦਾ ਨੈਸ਼ਨਲ ਕਮਿਸ਼ਨ ਸ਼ਡਿਊਲ ਟ੍ਰਿਬਿਊਲ ਕਾਸਟ। ਦੋਸਤੋ ਇਹ 89 ਸੋਧ 2003 ਦੇ ਵਿੱਚ ਬਣ ਗਈ ਸੀ, ਪਰ ਜਿਹੜਾ OBC ਨਾਲ ਸੰਬੰਧਿਤ ਹੈ ਇਹ 2018 ਦੇ ਵਿੱਚ ਬਣਿਆ ਸੀ 102 ਸੋਧ ਦੇ ਅਧੀਨ, ਜਿਸ ਦੇ ਅਧੀਨ ਨੈਸ਼ਨਲ ਕਮਿਸ਼ਨ ਬੈਕਵਰਡ ਕਲਾਸਿਜ ਬਣਿਆ ਸੀ। 65ਵੀਂ ਸੋਧ ਕਦੋਂ ਹੋਈ ਸੀ? ਦੋਸਤੋ 65ਵੀਂ ਸੋਧ 1990 ਦੇ ਵਿੱਚ ਹੋਈ ਸੀ। ਦੋਸਤੋ 65ਵੀਂ ਸੋਧ ਦੇ ਅਧੀਨ SC ਅਤੇ ST ਦੇ ਲਈ ਸਾਂਝਾ ਕਮਿਸ਼ਨ ਬਣਿਆ ਸੀ, ਭਾਵ 338 ਨੰਬਰ ਆਰਟੀਕਲ ਆਇਆ ਸੀ। ਪਰ ਦੋਸਤੋ 89 ਦੇ ਵਿੱਚ 2003 ਦੇ ਵਿੱਚ SC ਅਤੇ ST ਦੇ ਲਈ ਅਲੱਗ ਕਮਿਸ਼ਨ ਬਣ ਗਿਆ ਸੀ, ਜਿਵੇਂ ਕਿ SC ਦੇ ਲਈ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਬਣ ਗਿਆ ਸੀ, ਅਤੇ ਨੈਸ਼ਨਲ ਕਮਿਸ਼ਨ ਸ਼ਡਿਊਲ ਟ੍ਰਿਬਿਊਲ ਇਹ ST ਦੇ ਲਈ ਬਣ ਗਿਆ ਸੀ, ਭਾਵ 338A ਅਤੇ 338 ਸੀ ਜਿਹੜਾ ਦੋਸਤੋ ਉਹ SC ਲਈ ਸੀ, ਜਿਹੜਾ 338A ਸੀ ਉਹ ST ਦੇ ਲਈ ਬਣ ਗਿਆ ਸੀ, ਅਤੇ ਜਿਹੜਾ 338B ਹੈ ਇਹ 102 ਸੋਧ ਦੇ ਅਧੀਨ ਬਣਿਆ 2018 ਦੇ ਵਿੱਚ ਨੈਸ਼ਨਲ ਕਮਿਸ਼ਨ ਬੈਕਵਰਡ ਕਲਾਸ ਦੇ ਲਈ। ਇਹ 1990 ਦੇ ਵਿੱਚ ਹੋਈ ਸੀ। 36ਵੀਂ ਸੋਧ ਕਦੋਂ ਹੋਈ ਸੀ? 36ਵੀਂ ਸੋਧ ਦੋਸਤੋ 1975 ਦੇ ਵਿੱਚ ਹੋਈ ਸੀ। ਇਸ ਦੇ ਅਧੀਨ ਸਿੱਕਮ ਸੀ ਜਿਹੜਾ ਸਾਡਾ 22ਵਾਂ ਰਾਜ ਬਣ ਗਿਆ ਸੀ। ਪਹਿਲੀ ਸੋਧ ਕਦੋਂ ਹੋਈ ਸੀ? ਪਹਿਲੀ ਸੋਧ ਦੋਸਤੋ 1951 ਦੇ ਵਿੱਚ ਹੋਈ ਸੀ। ਦੋਸਤੋ ਜਿਹੜੀ ਪਹਿਲੀ ਸੋਧ ਸੀ ਇਹ ਲੈਂਡ ਰੀਫੋਰਮੇਜ ਦੇ ਨਾਲ ਸੰਬੰਧਿਤ ਸੀ, ਭਾਵ ਕਿ ਇਸ ਦੇ ਅਧੀਨ ਜ਼ਿਮੀਂਦਾਰ ਪ੍ਰਥਾ ਖਤਮ ਕੀਤੀ ਗਈ ਸੀ, ਭੂਮੀ ਸੁਧਾਰ ਕੀਤੇ ਗਏ ਸੀ, ਅਤੇ ਇਸ ਸੋਧ ਦੇ ਅਧੀਨ 215(4) ਜੋੜਿਆ ਗਿਆ ਸੀ, ਭਾਵ ਇਹ ਵਿੱਦਿਅਕ ਅਤੇ ਪਿਛੜੇ ਵਰਗਾਂ ਨਾਲ ਸੰਬੰਧਿਤ ਸੀ। 51 ਸੰਵਿਧਾਨ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਸੀ? ਦੋਸਤੋ ਇਸ ਦੇ ਵਿੱਚ ਸਾਡੇ 10 ਮੌਲਿਕ ਅਧਿਕਾਰ ਹਨ, ਮੌਲਿਕ ਕਰਤੱਵ ਹਨ, ਜਿਹੜੇ 42ਵੀਂ ਸੋਧ 1976 ਦੇ ਵਿੱਚ ਸ਼ਾਮਲ ਕੀਤੇ ਗਏ ਸੀ, ਕਿਉਂਕਿ ਸਾਡੇ ਸੰਵਿਧਾਨ ਜਿਹੜਾ ਮੂਲ ਸੰਵਿਧਾਨ ਦੇ ਉਸ ਦੇ ਵਿੱਚ ਸਾਡੇ ਮੌਲਿਕ ਕਰਤੱਵ ਨਹੀਂ ਸੀ। 105 ਸੋਧ ਕਦੋਂ ਹੋਈ ਸੀ? 105 ਸੋਧ ਦੋਸਤੋ 2021 ਦੇ ਵਿੱਚ ਹੋਈ ਹੈ। ਇਹ OBC ਨਾਲ ਸੰਬੰਧਿਤ ਹੈ। ਇਸ ਦੇ ਅਧੀਨ ਕਿਹਾ ਗਿਆ ਹੈ ਕਿ OBC ਸੰਬੰਧੀ ਲਿਸਟ ਤਿਆਰ ਕਰਨ ਦੀ ਜਿਹੜੀ ਸ਼ਕਤੀ ਹੈ ਪਹਿਲਾਂ ਸੈਂਟਰ ਗੌਰਮੈਂਟ ਕੋਲ ਹੁੰਦੀ ਸੀ, ਉਹ ਇਸ ਦੇ ਅਧੀਨ ਰਾਜ ਸਰਕਾਰ ਨੂੰ ਦਿੱਤੀ ਗਈ ਹੈ। ਧੰਨਵਾਦ ਦੋਸਤੋ। ਆਸ ਕਰਦਾ ਹਾਂ ਤੁਹਾਨੂੰ ਅੱਜ ਦੀ ਕਲਾਸ ਬਹੁਤ ਵਧੀਆ ਲੱਗੀ ਹੋਵੇਗੀ। ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਹੀ ਆਪਾਂ ਪੋਲੀਟੀਕਲ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਰੋਜ਼ ਲੈ ਕੇ ਆਇਆ ਕਰਾਂਗੇ, ਵੱਖ-ਵੱਖ ਟੌਪਿਕਾਂ ਦੇ ਨਾਲ, ਜਿਸ ਦੇ ਨਾਲ ਆਪਾਂ ਸਾਰੇ ਟੌਪਿਕ ਹੌਲੀ ਹੌਲੀ ਕਲੀਅਰ ਕਰ ਜਾਈਏ।